ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬੇਸ਼ੁਮਾਰ ਅਥਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ। ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰੋ, ਦੁਖ ਦਾਰਿਦਰ ਅੰਧਿਆਰ ਕੋ ਨਾਸ। ਕਵ ਕੀਰਤ ਜੋ ਸੰਤ ਚਰਨ ਮੁੜ ਲਾਗਹਿ, ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ। ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਭੱਟਾਂ ਦੀ ਬਾਣੀ ਸਵਈਆਂ ਦੀ ਕਥਾ ਸਰਵਣ ਕਰ ਰਹੇ ਹੋ। ਕੀਰਤ ਭੱਟ ਜੀ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ, ਜਿਨ ਸ੍ਰੀ ਅਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰਾ ਧਾਰਿਆ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਉਚਾਰਨ ਕਰ ਰਹੇ ਹਨ। ਸਭ ਤੋਂ ਵਧੇਕ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਹੀ ਇਹਨਾਂ ਭੱਟਾਂ ਨੇ ਉਚਾਰਨ ਕੀਤੀ। 60 ਸਵਈਏ ਹਨ ਜੋ ਕੇਵਲ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਦੇ ਸੰਬੰਧ ਵਿੱਚ ਉਚਾਰਨ ਕੀਤੇ। ਤੇ ਹੁਣ ਅੱਗੇ ਜਿਹੜੇ ਰਹਿੰਦੇ ਸਵਈਏ ਹਨ ਉਹਨਾਂ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ। ਕੀਰਤ ਭੱਟ ਜੀ ਫਰਮਾ ਰਹੇ ਹਨ, ਜਿਸ ਸੋਢੀ ਸੁਲਤਾਨ ਗਰੀਬ ਨਵਾਜ਼ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਸ਼ਬਦ ਦੀ ਕਮਾਈ ਕੀਤੀ ਤੇ ਪਰਮ ਪਦ ਪਾਇਓ, ਉੱਚੀ ਪਦਵੀ ਨੂੰ ਪ੍ਰਾਪਤ ਕੀਤਾ। ਪਰਮ ਤੋਂ ਭਾਵ ਵੱਡੀ,
ਉਹ ਕਿਹੜੀ ਪਦਵੀ ਹੈ? ਉਹ ਹੈ ਬ੍ਰਹਮ ਗਿਆਨ ਦੀ ਪਦਵੀ। ਉਸ ਤੋਂ ਉੱਚੀ ਹੋਰ ਪਦਵੀ ਕੀ ਹੈ? ਗੁਰੂ ਨਾਨਕ ਸਾਹਿਬ ਜੀ ਦੀ ਗੱਦੀ, ਗੁਰਤਾ ਦਾ ਸਿੰਘਾਸਨ ਆਪ ਜੀ ਨੂੰ ਪ੍ਰਾਪਤ ਹੋਇਆ। ਸੇਵਾ ਕਰਤ ਨਾ ਛੋਡਿਓ ਪਾਸ। ਤੁਸੀਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਦਿਨ ਰਾਤ ਸੇਵਾ ਕੀਤੀ। ਸ਼ਰਧਾ ਭਾਵਨਾ ਪੈ ਤੇ ਭਾਵ ਵਿੱਚ ਰਹਿ ਕੇ ਸੇਵਾ ਕੀਤੀ। ਸੇਵਾ ਕਰਦਿਆਂ ਹੋਇਆਂ ਨਾ ਛੋਡਿਓ ਪਾਸ। ਗੁਰੂ ਮਹਾਰਾਜ ਦਾ ਪਾਸਾ ਨਹੀਂ ਛੱਡਿਆ। ਹਰ ਵੇਲੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਖਲੋਤੇ ਰਹਿੰਦੇ। ਜਦੋਂ ਹੁਕਮ ਹੁੰਦਾ ਉਸੇ ਵੇਲੇ ਸੇਵਾ ਕਰਨ ਲੱਗ ਜਾਂਦੇ। ਤਾਤੇ ਗੋਹਰ ਗਿਆਨ ਪ੍ਰਗਟ ਉਜਿਆਰੋ, ਦੁਖ ਦਾਰਿਦਰ ਅੰਧਿਆਰ ਕੋ ਨਾਸ। ਕੀਰਤ ਭੱਟ ਜੀ ਕਹਿ ਰਹੇ ਨੇ ਤਾਂ ਤੇ ਇਸੇ ਵਾਸਤੇ ਗੌਹਰ ਗਿਆਨ ਪ੍ਰਗਟ ਉਜਿਆਰੋ। ਉਹਨਾਂ ਦੇ ਅੰਦਰ ਗਿਆਨ ਦਾ ਗੌਹਰ ਦਾ ਅਰਥ ਹੈ ਮੋਤੀ। ਗਿਆਨ ਦਾ ਮੋਤੀ ਪ੍ਰਗਟ ਹੋ ਗਿਆ। ਉਸ ਬ੍ਰਹਮ ਗਿਆਨ ਦੇ ਮੋਤੀ ਨੇ ਪ੍ਰਗਟ ਹੋ ਕੇ ਉਹਨਾਂ ਦੇ ਅੰਦਰ ਹਿਰਦੇ ਨੂੰ ਉਜਿਆਰੋ, ਰੌਸ਼ਨ ਕਰ ਦਿੱਤਾ, ਨੂਰੋ ਨੂਰ ਕਰ ਦਿੱਤਾ। ਉਸ ਵਾਹਿਗੁਰੂ ਪਰਮੇਸ਼ਰ ਦੇ ਦੇਵੀ ਚਾਨਣ ਦੇ ਨਾਲ ਉਹਨਾਂ ਦਾ ਅੰਦਰੋਂ ਹਿਰਦਾ ਲਬਰੇਜ਼ ਹੋ ਗਿਆ। ਦੁੱਖ ਦਰਿਦਰ ਅੰਧਿਆਰ ਕੋ ਨਾਸ। ਤੇ ਫਿਰ ਨਾਲ ਹੀ ਦੁੱਖ ਤੇ ਦਲਿੱਦਰ, ਗਰੀਬੀ, ਅੰਧਿਆਰ, ਮੋਹ ਮਾਇਆ ਦਾ, ਅਗਿਆਨਤਾ ਦਾ, ਭਰਮ ਦਾ ਹਨੇਰਾ ਵੀ ਨਾਸ ਹੋ ਗਿਆ। ਕਵ ਕੀਰਤ ਜੋ ਸੰਤ ਚਰਨ ਮੁੜ ਲਾਗਹਿ, ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ। ਕੀਰਤ ਭੱਟ ਕਵੀ ਕਹਿ ਰਿਹਾ ਹੈ, ਜੋ ਸੰਤ, ਇੱਥੇ ਗੁਰੂ ਰਾਮਦਾਸ ਮਹਾਰਾਜ ਨੂੰ ਸੰਤ ਆਖਿਆ ਹੈ, ਜੋ ਸੰਤ ਚਰਨ ਮੁੜ ਲਾਗੈ। ਜਿਹੜਾ ਵੀ ਆਦਮੀ ਮੁੜ ਦਾ ਅਰਥ ਹੈ ਮੁੜ ਕੇ, ਫਿਰ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਹੀ ਲੱਗ ਜਾਂਦਾ ਹੈ। ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ। ਫਿਰ ਉਹਨੂੰ ਕਾਮ ਕ੍ਰੋਧ ਆਦਿਕ ਜੋ ਵਿਕਾਰ ਨੇ, ਸਾਡੇ ਅੰਦਰਲੇ ਦੁਸ਼ਮਣ ਨੇ, ਉਹਨਾਂ ਦਾ ਵੀ ਡਰ ਮੁੱਕ ਜਾਂਦਾ ਹੈ। ਤੇ ਜਮ ਕੋ ਨਹੀਂ ਤਰਾਸ, ਤੇ ਜਮਾਂ ਦਾ ਡਰ ਵੀ ਉਸ ਦਾ ਨਾਸ ਹੋ ਜਾਂਦਾ ਹੈ। ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ। ਕੀਰਤ ਭੱਟ ਜੀ ਇੱਕ ਪ੍ਰਮਾਣ ਦਿੰਦੇ ਹਨ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਅੰਗ ਸੰਗ ਉਹਨਾਂ ਦੇ ਨਾਲ ਰਹਿ ਕੇ, ਉਹਨਾਂ ਦੇ ਅੰਗ ਸੰਗ ਜੁੜ ਕੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਬਣੇ। ਜਦੋਂ ਆਪਾਂ ਭਾਈ ਲਹਿਣਾ ਜੀ ਦਾ ਇਤਿਹਾਸ ਪੜ੍ਹਦੇ ਹਾਂ, ਜਦੋਂ ਸੇਵਾ ਵਿੱਚ ਆਏ, ਉਸ ਵੇਲੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਦਾ ਬਚਨ ਕਹਿ ਦਿੱਤਾ ਸੀ, ਤੁਸੀਂ ਲੈਣਾ, ਅਸਾਂ ਤੁਹਾਨੂੰ ਦੇਣਾ। ਫਿਰ ਪਰਖ ਵੀ ਹੋਈ। ਸਿੱਖਾਂ ਪੁੱਤਰਾਂ ਕੋਖ ਕੈ, ਸਭ ਉਮਤ ਵੇਖੈ ਜੇ ਕਿਉਨ, ਜਾਂ ਸੁਦੋਸ ਤਾਂ ਲੈਣਾ ਟਿਕਿਉਨ। ਕੋਈ ਲਿਹਾਜ਼ ਨਹੀਂ ਰੱਖੀ। ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਆਖਰੀ ਪਰਖ ਸੀ, ਮੁਰਦਾ ਖਾਓ। ਮੁਰਦਾ ਖਾਣ ਲਈ ਵੀ ਤਿਆਰ ਹੋਏ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅੰਗਾਂ ਦੇ ਨਾਲ ਲਾ ਕੇ ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਬਣਾ ਦਿੱਤਾ। ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ। ਇਸੇ ਤਰ੍ਹਾਂ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਦਾ ਪਹਿਲਾ ਨਾਮ ਸੀ। ਉਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲੱਗੇ ਤੇ ਗੁਰੂ ਮਹਾਰਾਜ ਦੇ ਅੰਗ ਸੰਗ ਰਹਿ ਕੇ ਸੇਵਾ ਕੀਤੀ। ਤੇ ਫਿਰ ਉਹ ਵੀ
ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਦੇ ਤਖਤ ਤੇ ਸੁਭਾਏ ਮਾਨ ਹੋ ਗਏ। ਜਿਨ ਸਤਿਗੁਰ ਸੇਵ ਪਦਾਰਥ ਪਾਇਓ, ਨਿਸ ਬਾਸੁਰ ਹਰ ਚਰਨ ਨਿਵਾਸ। ਜਿਸ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਭੈ ਤੇ ਭਾਉ ਵਿੱਚ ਰਹਿ ਕੇ ਮਨੋਂ ਤਨੋਂ ਸੇਵਾ ਕੀਤੀ, ਤੇ ਫਿਰ ਸੇਵਾ ਦਾ ਫਲ ਕੀ ਹੋਇਆ? ਪਦਾਰਥ ਪਾਇਓ। ਉਹਨਾਂ ਨੂੰ ਨਾਮ ਦਾ ਪਦਾਰਥ ਪ੍ਰਾਪਤ ਹੋ ਗਿਆ। ਸੇਵਾ ਤੋਂ ਅੱਗੇ ਸਿਮਰਨ ਦੀ ਦਾਤ ਪ੍ਰਾਪਤ ਹੋ ਗਈ। ਨਿਸਬਾਸਰ ਹਰ ਚਰਨ ਨਿਵਾਸ। ਹੁਣ ਦਿਨ ਰਾਤ ਹਮੇਸ਼ਾ ਲਈ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਿਵਾਸ ਹੋ ਗਿਆ। ਵਾਹਿਗੁਰੂ ਦੇ ਚਰਨ ਕਿਹੜੇ ਨੇ? ਚਿਤ ਚਰਨ ਨਾਮ। ਨਾਮ ਰੂਪੀ ਚਰਨਾਂ ਦੇ ਵਿੱਚ ਹਮੇਸ਼ਾ ਲਈ ਉਹਨਾਂ ਨੂੰ ਨਿਵਾਸ ਪ੍ਰਾਪਤ ਹੋ ਗਿਆ। ਤਾਤੇ ਸੰਗਤ ਸਗਨ ਭਾਏ ਭਉ ਮਨ ਹੈ, ਤੁਮ ਮਲਿਆਗਰ ਪ੍ਰਗਟ ਸੁਬਾਸ। ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤਾਂ ਤੇ ਇਸੇ ਵਾਸਤੇ ਸੰਗਤ, ਜਿੰਨੀ ਸੰਗਤ ਹੈ, ਸਗਨ ਤੋਂ ਭਾਵ ਸੰਗਣੀ, ਬਹੁਤੀ ਸੰਗਤ। ਜੈਸੇ ਮੱਧ ਮਖੀਰਾ, ਜਿਵੇਂ ਸ਼ਹਿਦ ਦੇ ਛਾਤੇ ਨੂੰ ਮੱਖੀਆਂ ਚਿੰਬੜੀਆਂ ਹੁੰਦੀਆਂ, ਇਉਂ ਸਾਰੀ ਸੰਗਤ ਗੁਰੂ ਮਹਾਰਾਜ ਦੇ ਆਲੇ ਦੁਆਲੇ ਜੁੜੀ ਰਹਿੰਦੀ ਸੀ। ਉਸ ਨੂੰ ਸੰਗਤ ਸਗਨ ਆਖਿਆ ਹੈ, ਸੰਗਣੀ ਸੰਗਤ। ਇਸੇ ਵਾਸਤੇ ਜਿੰਨੀ ਸੰਗਤ ਸੀ ਗੁਰੂ ਮਹਾਰਾਜ ਦੇ ਇਰਦ ਗਿਰਦ, ਬਹੁ ਗਿਣਤੀ ਵਿੱਚ ਰਹਿਣ ਵਾਲੀ, ਪਾਏ ਭਾਉ ਮਨ ਹੈ। ਉਹ ਮਨ ਵਿੱਚ ਗੁਰੂ ਦਾ ਨਿਰਮਲ ਭਾਉ ਤੇ ਪਾਏ ਪ੍ਰੇਮ ਨੂੰ ਧਾਰਨ ਕਰਕੇ ਮਨ ਹੈ, ਉਹ ਤੁਹਾਨੂੰ ਮੰਨਦੇ ਪੂਜਦੇ ਸਨ। ਭਾਵ ਜਿੰਨੀ ਸੰਗਤ ਵਿੱਚ ਗੁਰਸਿੱਖ ਮਾਈ ਪਾਈ ਸਨ, ਉਹ ਗੁਰੂ ਦੇ ਭੈ ਤੇ ਭਾਵ ਨੂੰ ਧਾਰ ਕੇ ਆਪ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਰੂਪ ਜਾਣ ਕੇ ਆਪ ਜੀ ਦੀ ਪੂਜਾ ਕਰਦੇ ਸਨ। ਤੁਮ ਮਲਿਆਗਰ ਪ੍ਰਗਟ ਸੁਬਾਸ। ਹੇ ਸੱਚੇ ਪਾਤਸ਼ਾਹ, ਸੋਢੀ ਸੁਲਤਾਨ ਸਤਿਗੁਰੂ, ਤੁਸੀਂ ਪ੍ਰਗਟ ਦਾ ਅਰਥ ਹੈ ਜ਼ਾਹਿਰਾ ਤੌਰ 'ਤੇ ਮਲਿਆਗਰ, ਬਾਵਨ ਚੰਦਨ ਵਾਂਗ ਹੋ। ਸੁਬਾਸ, ਬੜੀ ਤੁਹਾਡੀ ਸੁੰਦਰ ਮਹਿਕ ਹੈ। ਅਤੇ ਜਿਹੜਾ ਵੀ ਤੁਹਾਡੇ ਕੋਲ ਆਉਂਦਾ ਹੈ ਅਤੇ ਉਸ ਨੂੰ ਤੁਸੀਂ ਆਪਣੀ ਉਹ ਭਗਤੀ ਦੀ ਮਹਿਕ, ਨਾਮ ਦੇ ਚੰਨਣ ਦੀ ਮਹਿਕ, ਤੇਰਾ ਨਾਮ ਕਰੀ ਚੰਨਣਾਠੀਆ, ਸਿੱਖੀ ਦੀ ਮਹਿਕ, ਬੰਦਗੀ ਦੀ ਸੁਗੰਧੀ, ਉਸ ਨੂੰ ਤੁਸੀਂ ਬਖਸ਼ਿਸ਼ ਕਰਦੇ ਹੋ। ਧਰੂ ਪ੍ਰਹਿਲਾਦ ਕਬੀਰ ਤਲੋਚਨ, ਨਾਮ ਲੈਤ ਉਪਜਿਓ ਜੋ ਪ੍ਰਗਾਸ। ਲੋ ਕੀਰਤ ਭੱਟ ਜੀ ਕਹਿ ਰਹੇ ਨੇ, ਧਰੂ ਤੇ ਪ੍ਰਹਿਲਾਦ ਭਗਤ ਸਤਜੁਗ ਦੇ ਵਿੱਚ ਹੋਏ, ਕਬੀਰ ਤੇ ਤਰਲੋਚਨ ਤੇ ਨਾਮਦੇਵ ਇਹ ਕਲਯੁਗ ਦੇ ਵਿੱਚ ਹੋਏ ਨੇ। ਨਾਮ ਲੈਤ ਉਪਜੇ ਜੋ ਪ੍ਰਕਾਸ਼, ਤੇ ਵਾਹਿਗੁਰੂ ਦਾ ਨਾਮ ਲੈਂਦਿਆਂ, ਨਾਮ ਜਪਦਿਆਂ ਜਪਦਿਆਂ ਜੋ ਉਹਨਾਂ ਅੰਦਰ ਗਿਆਨ ਦਾ, ਬ੍ਰਹਮ ਗਿਆਨ ਦਾ ਪ੍ਰਕਾਸ਼ ਹੋਇਆ। ਜਿਹ ਪੇਖਤ ਅਤ ਹੋਏ ਰਹੱਸ ਮਨ, ਸੋਈ ਸੰਤ ਸਹਾਰ ਗੁਰੂ ਰਾਮਦਾਸ। ਭਾਵ ਜਿਸ ਨਾਮ ਦਾ ਧਰੂ ਤੇ ਪ੍ਰਹਲਾਦ ਦੇ ਅੰਦਰ ਚਾਨਣ ਹੋਇਆ, ਪ੍ਰਕਾਸ਼ ਹੋਇਆ, ਕਬੀਰ ਤੇ ਤਰਲੋਚਨ ਭਗਤ ਜੀ ਦੇ ਅੰਦਰ ਵੀ ਨਾਮ ਦੁਆਰਾ ਬ੍ਰਹਮ ਗਿਆਨ ਦਾ ਚਾਨਣ ਹੋਇਆ, ਉਹੀ ਪ੍ਰਕਾਸ਼ ਤੁਹਾਡੇ ਅੰਦਰ ਵੀ ਪ੍ਰਗਟ ਹੋ ਗਿਆ। ਜਿਹ ਪੇਖ ਤਤ ਹੋਏ ਰਹੱਸ ਮਨ, ਇਹ ਰਹੱਸ ਹੀ ਕਰਨਾ ਪਾਠ। ਜਿਸ ਪੇਖ ਤਤ ਹੋਏ ਰਹੱਸ ਮਨ, ਜਿਸ ਨੂੰ ਵੇਖ ਕੇ ਦਰਸ਼ਨ ਕਰਨ ਵਾਲੇ, ਭਾਵਨਾ ਵਾਲੇ ਗੁਰਸਿੱਖ ਮਾਈ ਭਾਈ ਬਹੁਤ ਪ੍ਰਸੰਨ ਹੋ ਜਾਂਦੇ, ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਬਹੁਤ ਪ੍ਰਸੰਨ ਹੋ ਜਾਂਦਾ ਹੈ। ਰਹੱਸ ਤੋਂ ਭਾਵ ਹੈ ਆਨੰਦਿਤ ਹੋਣਾ, ਪ੍ਰਸੰਨ ਹੋ ਜਾਣਾ। ਜਿਹੇ ਪੇਖ ਤਤ ਹੋਏ ਰਹੱਸ ਮਨ, ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਖੁਸ਼ੀ, ਆਨੰਦ ਪ੍ਰਾਪਤ ਹੋ ਜਾਂਦਾ ਹੈ। ਸੋਈ ਸੰਤ ਸਹਾਰ ਗੁਰੂ ਰਾਮਦਾਸ, ਉਹੀ ਸੰਤਾਂ ਦੇ ਸਹਾਰਾ, ਸੰਤਾਂ ਦੀ ਟੇਕ, ਸੰਤਾਂ ਦਾ ਆਧਾਰ
ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹਨ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਨਾਨਕ ਨਾਮ ਨਿਰੰਜਨ ਜਾਣਿਓ, ਥੱਲੇ ਅੱਧਾ ਜਈਆ ਉਹਦਾ ਜਾਣਿਓ ਉਚਾਰਨ ਕਰਨਾ। ਨਾਨਕ ਨਾਮ ਨਿਰੰਜਨ ਜਾਣਿਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਨਿਰੰਜਨ ਸ਼ੁੱਧ ਸਰੂਪ ਵਾਹਿਗੁਰੂ ਦੇ ਨਾਮ ਦੀ ਅਜ਼ਮਤ ਨੂੰ, ਉਸ ਨਾਮ ਦੀ ਕਦਰੋ ਕੀਮਤ ਨੂੰ ਜਾਣਿਆ, ਅਨੁਭਵ ਕੀਤਾ। ਕੀਨੀ ਭਗਤ ਪ੍ਰੇਮ ਲਿਵ ਲਾਈ। ਫਿਰ ਲਿਵ ਲਾ ਕੇ ਚਿੱਤ ਬਿਰਤੀ ਨੂੰ ਜੋੜ ਕੇ ਬੜੇ ਪ੍ਰੇਮ ਦੇ ਨਾਲ ਵਾਹਿਗੁਰੂ ਦੀ ਭਗਤੀ ਕੀਤੀ, ਭਾਵ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜ ਗਏ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੀਵ ਰਖਾਈ। ਤਾਂ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਅੱਗੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਅੰਗ ਸੰਗ ਹੋ ਕੇ, ਉਹਨਾਂ ਦੇ ਅੰਗਾਂ ਦੇ ਨਾਲ ਲਾ ਕੇ, ਉਹਨਾਂ ਦੇ ਸੀਨੇ ਨੂੰ ਛੋਹ ਕੇ ਉਹ ਵੀ ਸਾਇਰ ਗਿਆਨ ਦੇ ਸਮੁੰਦਰ ਬਣ ਗਏ। ਉਹ ਵੀ ਗੁਣਾਂ ਦੇ ਭੰਡਾਰ ਬਣ ਗਏ। ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਤੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਸੁਰਤ ਦੀ ਨੀਵ ਬੁਨਿਆਦ ਰੱਖ ਦਿੱਤੀ। ਨੀਵ ਤੋਂ ਭਾਵ ਜਦੋਂ ਆਪਾਂ ਕੋਈ ਮਕਾਨ ਬਣਾਉਣੇ ਆ, ਜ਼ਮੀਨ ਧਰਤੀ ਪੁੱਟ ਕੇ ਹੇਠਾਂ ਜੋ ਇੱਟ ਰੱਖੀ ਜਾਂਦੀ ਹੈ ਉਹਨੂੰ ਨਿਉ ਕਹਿੰਦੇ ਨੇ। ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਸੁਰ ਦੀ ਨੀਵ ਬੁਨਿਆਦ ਰੱਖ ਦਿੱਤੀ। ਕਿਉਂ? ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਅਠੇ ਪਹਿਰ ਇਕਤਾ ਲਿਵੈ ਮੰਨੇਨ ਹੁਕਮਾ ਪਾਰ, ਅਠੇ ਪਹਿਰ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਸਨ। ਇਹੀ ਉਹਨਾਂ ਨੇ ਸ਼ਬਦ ਸੁਰ ਦੀ ਨੀਂਵ ਰੱਖੀ ਹੈ। ਕੁਛ ਵਿਦਵਾਨਾਂ ਨੇ ਇਹ ਪਾਠ ਵੱਖਰਾ ਵੀ ਕੀਤਾ। ਤਿੰਨ ਸ਼ਬਦ ਸੁਰਤ ਕੀਨੀ ਵਰਖਾਈ, ਵਰਖਾਈ ਪਾਠ ਇਕੱਠਾ ਕੀਤਾ ਤੇ ਅਰਥ ਉਹਨਾਂ ਨੇ ਇਹ ਕੀਤਾ ਹੈ ਬਈ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਸੁਰਤ ਦੀ ਵਰਖਾ ਕੀਤੀ, ਮੀਂਹ ਪਾ ਦਿੱਤਾ। ਭਾਵ ਸੁਰਤ ਸ਼ਬਦ ਦਾ ਐਸਾ ਪ੍ਰਚਾਰ ਕੀਤਾ, ਐਸਾ ਪ੍ਰਸਾਰ ਕੀਤਾ, ਮਾਨੋ ਮੀਂਹ ਵਰਾ ਦਿੱਤਾ। ਪਰ ਜਿਹੜਾ ਮੁੱਖ ਪਾਠ ਨੀਵ ਰਖਾਈ ਸਮਝਣਾ, ਸੰਪਰਦਾਇ ਭਿੰਡਰਾਂ ਦਾ 19ਵੀਂ ਟਕਸਾਲ ਦੇ ਮਹਾਂਪੁਰਖ ਹੋਰ ਵੀ ਪੁਰਾਤਨ ਵਿਦਵਾਨ ਇਹੀ ਪਾਠ ਕਰਦੇ ਸਨ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ। ਕੀਰਤ ਭੱਟ ਜੀ ਕਹਿ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਦੀ ਤੇ ਕਥਾ ਹੀ ਅਕਥ ਹੈ, ਕਥਨ ਤੋਂ ਬਾਹਰ ਹੈ। ਇੱਕ ਜਿਹੀ ਕਛ ਕਹੀ ਨਾ ਜਾਈ, ਸਾਡੀ ਤੇ ਜ਼ੁਬਾਨ ਹੀ ਇੱਕ ਹੈ। ਅਸੀਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਕਥਾ ਇੱਕ ਜ਼ੁਬਾਨ ਤੋਂ ਕਿਵੇਂ ਕਹਿ ਸਕਦੇ ਹਾਂ? ਨਹੀਂ ਕਹੀ ਜਾ ਸਕਦੀ। ਪਿੱਛੇ ਵੀ ਆਖਿਆ ਸੀ ਨਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਐ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡਾ ਸਾਨੀ ਸਾਨੂੰ ਹੋਰ ਕੋਈ ਦਿਸਦਾ ਨਹੀਂ। ਗੁਰ ਨਾਲ ਤੋਲਣਾ ਲੱਗੀ ਖੋਜ ਡਿੱਠਾ ਬ੍ਰਹਿਮੰਡ, ਇਸੇ ਲਈ ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਤੇ ਸਾਡੀ ਇੱਕ ਜ਼ੁਬਾਨ ਆਪ ਜੀ ਦੀ ਮਹਿਮਾ ਨੂੰ ਕੀ ਬਿਆਨ ਕਰ ਸਕਦੀ ਹੈ? ਨਹੀਂ ਕਰ ਸਕਦੀ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਉਹ ਵਡਿਆਈ ਜਿਹੜੀ ਗੁਰੂ ਨਾਨਕ ਸਾਹਿਬ ਨੂੰ ਧੁਰ ਦਰਗਾਹ ਤੋਂ ਅਕਾਲ ਪੁਰਖ ਤੋਂ ਮਿਲੀ, ਫਿਰ ਉਹਨਾਂ ਤੋਂ ਗੁਰੂ ਅੰਗਦ ਦੇ ਮਹਾਰਾਜ ਨੂੰ ਪ੍ਰਾਪਤ ਹੋਈ। ਗੁਰੂ ਅੰਗਦ ਦੇ ਮਹਾਰਾਜ ਤੋਂ ਗੁਰੂ ਅਮਰਦਾਸ ਮਹਾਰਾਜ ਨੂੰ ਉਹ ਰਹਿਮਤ ਬਖਸ਼ਿਸ਼ ਪ੍ਰਾਪਤ। ਸੋਢੀ ਸ੍ਰਿਸ਼ਟ ਸਗਲ ਤਾਰਨ ਕੋ, ਸਾਰੇ ਸੰਸਾਰ ਨੂੰ ਤਾਰਨ ਵਾਸਤੇ ਸੋਢੀ ਸੁਲਤਾਨ ਸਤਿਗੁਰੂ
ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਉਹ ਹੁਣ ਵਡਿਆਈ ਨਾਮ ਦੀ ਪ੍ਰਾਪਤ ਹੋਈ ਹੈ, ਅਥਵਾ ਸ਼ਬਦ ਦੀ ਵਡਿਆਈ। ਨਾਮ ਦੀ ਵਡਿਆਈ ਤੇ ਸ਼ਬਦ ਦੀ ਵਡਿਆਈ ਇਹ ਸਭ ਤੋਂ ਵੱਡੀ ਵਡਿਆਈ ਹੈ। ਇਸੇ ਲਈ ਉਹ ਵਡਿਆਈ ਜਿਹੜੀ ਪਹਿਲੇ ਸਤਿਗੁਰੂ ਸਾਹਿਬਾਨ ਦੇ ਕੋਲ ਸੀ, ਗੁਰੂ ਰਾਮਦਾਸ ਮਹਾਰਾਜ ਨੂੰ ਪ੍ਰਾਪਤ ਹੋ ਗਈ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਲਓ ਹੁਣ ਕੀਰਤ ਪਟ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਹੈ, ਤੇ ਸਾਨੂੰ ਵੀ ਜਾਚ ਸਿਖਾਉਂਦਾ ਹੈ ਬਈ ਗੁਰੂ ਦੇ ਚਰਨਾਂ ਵਿੱਚ ਕਿਵੇਂ ਅਰਦਾਸ ਬੇਨਤੀ ਕਰਨੀ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਔਗੁਣਾਂ ਦੇ ਨਾਲ ਭਰੇ ਹੋਏ ਹਾਂ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰਹੁ ਕਿਛ ਮਿਹਰਿਓ। ਅਸੀਂ ਔਗੁਣਾਂ ਦੇ ਭਰੇ ਹੋਏ ਹਾਂ, ਏਕ ਗੁਣ ਨਾਹੀਂ, ਇੱਕ ਵੀ ਗੁਣ ਸਾਡੇ ਵਿੱਚ ਨਹੀਂ ਹੈ। ਹਮ ਨਿਰਗੁਣਿਆਰੇ ਕੋ ਗੁਣ ਨਹੀਂ, ਆਪੇ ਤਰਸ ਪਏ ਹੋਈ। ਸਾਡੇ ਵਿੱਚ ਇੱਕ ਵੀ ਗੁਣ ਨਹੀਂ ਹੈ ਤੇ ਔਗੁਣਾਂ ਦੇ ਭਰੇ ਹੋਏ ਹਾਂ। ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਅੰਮ੍ਰਿਤ ਨੂੰ ਛੱਡ ਕੇ ਵਿਸ਼ਿਆਂ ਦੀ ਜ਼ਹਿਰ ਖਾਣ ਦੇ ਵਿੱਚ ਲੱਗੇ ਹੋਏ ਹਾਂ। ਅੰਮ੍ਰਿਤ ਕੀ ਹੈ? ਪਰਮੇਸ਼ਰ ਦਾ ਨਾਮ। ਅੰਮ੍ਰਿਤ ਕੀ ਹੈ? ਸਤਿਗੁਰੂ ਦੀ ਬਾਣੀ। ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰਿ ਕਾ ਨਾਮ। ਇਸ ਅੰਮ੍ਰਿਤ ਨੂੰ ਛੱਡ ਕੇ ਵਿਸ਼ਿਆਂ ਦੀ ਜ਼ਹਿਰ ਖਾਣ ਵਿੱਚ ਲੱਗੇ ਹੋਏ ਹਾਂ। ਵਿਸ਼ਿਆਂ ਦੀ ਜ਼ਹਿਰ ਕਿਹੜੀ ਹੈ? ਆਹ ਜਿਹੜੇ ਗੰਦੇ ਗੀਤ ਨੇ, ਲੱਚਰ ਗੀਤ ਨੇ, ਇਹ ਸਾਨੂੰ ਚੰਗੇ ਲੱਗਦੇ ਨੇ। ਕਈਆਂ ਦੀ ਮਨ ਦੀ ਅਵਸਥਾ ਹੀ ਇਹ ਬਣੀ ਹੋਈ ਹੈ, ਜਿਵੇਂ ਸੂਰ ਦਾ ਸੁਭਾਅ ਹੁੰਦਾ ਹੈ, ਉਹ ਗੰਦਗੀ ਖਾ ਕੇ ਖੁਸ਼ ਹੁੰਦਾ ਹੈ। ਹੱਡਾ ਰੂੜੀ ਦੇ ਕੁੱਤੇ ਉਹ ਮਾਂਸ ਖਾ ਕੇ, ਲਹੂ ਖਾ ਕੇ, ਹੱਡ ਚੂੰਡ ਕੇ ਖੁਸ਼ ਹੁੰਦੇ ਨੇ, ਉਹਨਾਂ ਦਾ ਸੁਭਾਅ ਹੀ ਬਣ ਜਾਂਦਾ ਹੈ। ਇਸੇ ਤਰ੍ਹਾਂ ਕਈ ਸਾਕਤਾਂ ਦਾ ਸੁਭਾਅ ਬਣ ਜਾਂਦਾ ਹੈ ਵੀ ਉਹਨਾਂ ਨੇ ਜ਼ਹਿਰ ਖਾਣੀ ਹੈ। ਨਸ਼ੇ ਤੇ ਵਿਸ਼ੇ ਇਹ ਜ਼ਹਿਰ ਨੇ, ਸਾਡੀ ਜ਼ਿੰਦਗੀ ਲਈ ਘਾਤਕ ਨੇ, ਤੇ ਅਸੀਂ ਇਹਨਾਂ ਨੂੰ ਵੀ ਖਾ ਰਹੇ ਹਾਂ। ਤੇ ਅੰਮ੍ਰਿਤ ਛਾੜ ਜਿਹੜਾ ਗੁਰੂ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਸ਼ ਕੀਤਾ ਹੈ, ਉਹ ਛਕਦੇ ਕੋਈ ਨਹੀਂ। ਤੇ ਆਹ ਜਿਹੜੇ ਨਸ਼ੇ ਵਿਸ਼ੇ ਜ਼ਹਿਰ ਨੇ, ਇਹਨਾਂ ਨੂੰ ਖਾਣ ਦੇ ਵਿੱਚ ਲੱਗੇ ਹੋਏ ਹਾਂ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਹੇ ਸੋਢੀ ਸੁਲਤਾਨ ਸਤਿਗੁਰੂ ਜੀ, ਮਾਇਆ ਮੋਹ ਭਰਮ ਪੈ ਭੁੱਲੇ। ਮਾਇਆ ਦੇ ਮੋਹ ਤੇ ਭਰਮ ਦੇ ਵਿੱਚ ਪੈ ਕੇ ਅਸੀਂ ਭੁੱਲ ਗਏ ਹਾਂ। ਮਾਧਵੇ ਕਿਆ ਕਹੀਆ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਦੇ ਵਿੱਚ ਪੈ ਕੇ ਆਦਮੀ ਅਕਸਰ ਭੁੱਲ ਹੀ ਜਾਂਦਾ ਹੈ। ਕਿਵੇਂ ਭੁੱਲਦਾ ਹੈ? ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਅਛਤ ਰਾਜ ਬਿਸ਼ਰਤ ਦੁਖ ਪਾਇਆ, ਸੋ ਗਤ ਪਈ ਹਮਾਰੀ। ਅਸੀਂ ਮਾਇਆ ਮੋਹ ਤੇ ਭਰਮ ਦੇ ਵਿੱਚ ਪੈ ਕੇ ਅਸਲੀਅਤ ਨੂੰ ਭੁੱਲ ਗਏ ਹਾਂ, ਜੀਵਨ ਦੇ ਸਹੀ ਰਸਤੇ ਨੂੰ ਭੁੱਲ ਗਏ ਹਾਂ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਪੁੱਤਰ ਤੇ ਦਾਰਾ ਇਸਤਰੀ ਦੇ ਨਾਲ ਅਸੀਂ ਆਪਣੀ ਪ੍ਰੀਤੀ ਲਾ ਲਈਏ। ਇਹਦਾ ਮਤਲਬ ਇਹ ਹੈ, ਅਸੀਂ ਬੰਦਗੀ ਕਰਨੀ ਸੀ, ਸਿਮਰਨ ਕਰਨਾ ਸੀ, ਵਾਹਿਗੁਰੂ ਦਾ ਨਾਮ ਜਪਣਾ ਸੀ। ਉਸ ਪਾਸੇ ਸਾਡਾ ਪ੍ਰੇਮ ਨਹੀਂ ਲੱਗਿਆ ਤੇ ਪਰਿਵਾਰ ਦੇ ਮੋਹ ਦੇ ਵਿੱਚ ਹੀ ਫਸ ਕੇ ਰਹਿ ਗਏ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਕੀਰਤ ਪਟ ਕਹਿ ਰਿਹਾ ਹੈ, ਇੱਕ ਉੱਤਮ ਰਸਤਾ ਸੁਣਿਆ ਸੀ। ਪੰਥ ਤੋਂ ਭਾਵ ਹੈ ਰਸਤਾ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਵੀ ਜਿਹੜੀ ਗੁਰੂ ਦੀ ਸੰਗਤ ਹੈ ਉੱਥੇ ਜਾਣਾ ਚਾਹੀਦਾ। ਜਿਹੜਾ ਮਨੁੱਖ ਗੁਰੂ ਸੰਗਤ ਵਿੱਚ ਜਾਂਦਾ ਹੈ ਤੇ ਉਹਨੂੰ ਉੱਥੋਂ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖੀ
ਗੁਰੂ ਦੀ ਸਿੱਖਿਆ, ਗੁਰੂ ਦਾ ਅੰਮ੍ਰਿਤ, ਗੁਰੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ। ਇਹ ਅਸੀਂ ਉੱਤਮ ਰਸਤਾ ਸੁਣਿਆ ਸੀ ਵੀ ਗੁਰੂ ਦੀ ਸੰਗਤ ਵਿੱਚ ਜਾਣਾ ਬਹੁਤ ਅੱਛਾ ਹੈ, ਅਤੇ ਇਹ ਮਿਲੰਤ ਜਮਤਰਾਸ ਮਿਟਾਈ ਜਿਹੜਾ ਗੁਰੂ ਦੀ ਸੰਗਤ ਵਿੱਚ ਜਾ ਕੇ ਮਿਲਦਾ ਹੈ, ਗੁਰੂ ਦਰਸਾਏ ਮਾਰਗ 'ਤੇ ਚੱਲਦਾ ਹੈ, ਫਿਰ ਉਹ ਜਮਾਂ ਦੇ ਡਰ ਨੂੰ ਵੀ ਮਿਟਾ ਦਿੰਦਾ। ਕਲਗੀਧਰ ਪਾਤਸ਼ਾਹ ਨੇ ਖਾਲਸੇ ਨਾਲ ਬਚਨ ਕੀਤਾ ਸੀ, ਜਿਹੜਾ ਗੁਰਸਿੱਖ ਮਾਈ ਭਾਈ ਇੱਕ ਵਾਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ, ਬਾਣੀ ਤੇ ਬਾਣੀ ਦੀ ਰਹਿਤ ਵਿੱਚ ਪਰਪੱਕ ਰਹੇ, ਬੱਜਰ ਕੁਰੈਤਾਂ ਤੋਂ ਬਚਿਆ ਰਵੇ, ਅਸੀਂ ਉਹਨੂੰ ਇੱਕੋ ਹੀ ਜਨਮ ਦੇ ਵਿੱਚ ਮੁਕਤ ਕਰ ਦਿੰਦੇ ਹਾਂ। ਅਤੇ ਜੇ ਉਹ ਕਿਸੇ ਗਲਤੀ ਕਰਕੇ ਜਮਾਂ ਦੇ ਵਸ ਵੀ ਪੈ ਜਾਵੇ ਤਾਂ ਅਸੀਂ ਜਮਾਂ ਤੋਂ ਵੀ ਛੁਡਾ ਲੈਂਦੇ ਹਾਂ। ਕਾਢੀ ਨਰਕ ਤੇ ਤੂੰ ਹੋ, ਜਿਹੜੀ ਜੀਵ ਆਤਮਾ ਨਰਕਾਂ ਵਿੱਚ ਵੀ ਜਾ ਕੇ ਡਿੱਗ ਪਵੇ ਅਤੇ ਉਸ ਨੂੰ ਨਰਕਾਂ ਵਿੱਚੋਂ ਧੂ ਕੇ ਵੀ ਬਾਹਰ ਕੱਢ ਲੈਂਦੇ ਹਾਂ। ਏਡੀ ਵੱਡੀ ਰਹਿਮਤ, ਏਡੀ ਵੱਡੀ ਬਖਸ਼ਿਸ਼ ਹੋਰ ਕਿਸੇ ਪੀਰ ਪੈਗੰਬਰ ਨੇ ਨਹੀਂ ਕੀਤੀ। ਇਸੇ ਲਈ ਕੀਰਤ ਭੱਟ ਜੀ ਕਹਿੰਦੇ ਨੇ, ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਹੜਾ ਗੁਰਸੰਗਤ ਦੇ ਨਾਲ ਮਿਲਦਾ ਹੈ ਤੇ ਜਮਾਂ ਦਾ ਡਰ ਵੀ ਉਸ ਦਾ ਮਿਟ ਜਾਂਦਾ ਹੈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਕੀਰਤ ਭੱਟ ਕਹਿ ਰਿਹਾ ਹੈ, ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੇ ਚਰਨਾਂ ਦੇ ਵਿੱਚ ਇੱਕ ਮੇਰੀ ਅਰਦਾਸ ਹੈ। ਫਾਰਸੀ ਦਾ ਲਫ਼ਜ਼ ਹੈ ਅਰਜਦਾਸਤ, ਉਹਦਾ ਸੰਖੇਪ ਰੂਪ ਅਰਦਾਸ ਬਣਿਆ ਹੋਇਆ। ਅਰਜਦਾਸਤ ਦਾ ਅਰਥ ਹੈ ਦਾਸਾ ਭਾਵ ਧਾਰਨ ਕਰਕੇ ਕੀਤੀ ਹੋਈ ਅਰਜ, ਬੇਨਤੀ, ਇਹਨੂੰ ਅਰਦਾਸ ਕਹਿੰਦੇ ਨੇ। ਕੀਰਤ ਭੱਟ ਦੀ ਆਪ ਜੀ ਦੇ ਚਰਨਾਂ ਵਿੱਚ ਇੱਕੋ ਹੀ ਅਰਦਾਸ ਹੈ, ਗੁਰ ਰਾਮਦਾਸ ਰਾਖਹੁ ਸਰਨਾਈ। ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਆਪਣੇ ਸੇਵਕ ਕੀਰਤ ਭੱਟ ਨੂੰ ਆਪਣੀ ਸ਼ਰਨ ਦੇ ਵਿੱਚ ਹੀ ਰੱਖ ਲਵੋ। ਜਦੋਂ ਕੋਈ ਗੁਰਸਿੱਖ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦਾਸ ਤੁਹਾਰ। ਫਿਰ ਉਹਨੂੰ ਹਰ ਦੁੱਖ ਦੁਸ਼ਮਣ ਦਾ ਡਰ ਮੁੱਕ ਜਾਂਦਾ ਹੈ। ਜਿਵੇਂ ਗੁਰਬਾਣੀ ਵਿੱਚ ਪੰਕਤੀ ਆਈ ਹੈ, ਸਿੰਘ ਸਰਨ ਕਤ ਜਾਈਐ ਜੋ ਜੰਬਕ ਗ੍ਰਸ ਹੈ। ਸਿੰਘ ਦਾ ਅਰਥ ਹੈ ਸ਼ੇਰ। ਸ਼ੇਰ ਜੰਗਲ ਦਾ ਬਾਦਸ਼ਾਹ ਹੁੰਦਾ ਹੈ। ਜਦੋਂ ਕੋਈ ਜੀਵ ਸ਼ੇਰ ਦੀ ਸ਼ਰਨ ਵਿੱਚ ਚਲਿਆ ਜਾਵੇ ਅਤੇ ਫਿਰ ਉਹਨੂੰ ਗਿੱਦੜ ਆ ਕੇ ਵੱਢ ਵੱਢ ਕੇ ਖਾਣ, ਉਹਨੂੰ ਵੱਢਣ ਦੀ ਕੋਸ਼ਿਸ਼ ਕਰਨ, ਅਤੇ ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਹੈ? ਕੋਈ ਫਾਇਦਾ ਨਹੀਂ। ਸਿੰਘ ਸਰਨ ਕਥ ਜਾਈਆ ਜੋ ਜੰਬਕ ਗ੍ਰਸ ਹੈ। ਜੰਬਕ ਤੋਂ ਭਾਵ ਹੈ ਗਿੱਦੜ, ਜੰਮ ਗਿੱਦੜ ਵਾਂਗ ਹੈ, ਅਤੇ ਗੁਰੂ ਦੀ ਸ਼ਰਨ ਸ਼ੇਰ ਦੀ ਪਨਾਹ ਹੈ, ਸ਼ੇਰ ਦਾ ਘੁਰਨ ਹੈ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ, ਫਿਰ ਚਾਹੇ ਬਹਿਰੂਨੀ ਦੁਸ਼ਮਣ ਨੇ, ਚਾਹੇ ਅੰਦਰੂਨੀ ਦੁਸ਼ਮਣ ਨੇ, ਚਾਹੇ ਵਿਕਾਰ ਨੇ, ਚਾਹੇ ਜਮਦੂਤ ਨੇ, ਉਹਨਾਂ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਦਾ ਹੱਥ ਦੇ ਕੇ ਬਚਾ ਲੈਂਦੇ ਹਨ। ਮੋਹ ਮਲ ਬਵਸ ਕੀਓ, ਕਾਮ ਗਹਿ ਕੇਸ ਪਛਾੜਿਓ। ਲਓ ਹੁਣ ਅੱਗੇ ਫੇਰ ਸਲ ਭੱਟ ਜੀ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਉਚਾਰਨ ਕਰਦੇ ਨੇ। ਮੋਹ ਮਲ ਬਵਸ ਕੀਓ। ਮੋਹ ਬੜਾ ਮਲ ਭਲਵਾਨ ਬਣਿਆ ਹੋਇਆ ਸੀ। ਕਿਉਂ? ਆਸਰੀ ਸੰਪਦਾ ਦਾ ਜਰਨੈਲ ਮੋਹ ਮੰਨਿਆ। ਮੋਹ ਮਲ ਬਵਸ ਕੀਓ, ਜਿਹੜਾ ਮੋਹ ਬੜਾ ਭਲਵਾਨ ਬਣਿਆ ਹੋਇਆ ਸੀ, ਉਹਨੂੰ ਤੁਸੀਂ ਵਿਸ਼ੇਸ਼ ਕਰਕੇ ਵਸ ਕਰ ਲਿਆ ਹੈ। ਕੁਛ ਵਿਦਵਾਨਾਂ ਨੇ ਮੋਹ ਮਲ ਬਵਸ ਕੀਓ
ਇਹਦਾ ਅਰਥ ਇਉਂ ਵੀ ਕੀਤਾ ਹੈ, ਮੋਹ ਨੂੰ ਮਲ ਕੇ, ਮੋਹ ਨੂੰ ਮਸਲ ਕੇ, ਉਹਨੂੰ ਚੰਗੀ ਤਰ੍ਹਾਂ ਲਤਾੜ ਕੇ ਆਪਣੇ ਵਸ ਕਰ ਲਿਆ। ਤੇ ਤੀਜਾ ਅਰਥ ਇਹ ਵੀ ਹੋ ਸਕਦਾ ਹੈ, ਮੋਹ ਮਲ ਬਵਸ ਕੀਓ, ਮੋਹ ਦੀ ਮੈਲ ਨੂੰ ਤੁਸੀਂ ਆਪਣੇ ਵਸ ਵਿੱਚ ਕਰ ਲਿਆ। ਮੋਹ ਮੈਲ ਵੀ ਹੈ ਨਾ, ਸਾਡੇ ਮਨ ਨੂੰ ਮਲੀਨ ਕਰ ਦਿੰਦਾ। ਪਹਿਲਾ ਅਰਥ ਹੀ ਵਧੇਰੇ ਢੁਕਦਾ ਹੈ, ਤੁਸੀਂ ਮੋਹ ਰੂਪੀ ਭਲਵਾਨ ਨੂੰ ਵਿਸ਼ੇਸ਼ ਕਰਕੇ ਵਸ ਕਰ ਲਿਆ ਹੈ। ਕਾਮ ਗਏ ਕੇਸ ਪਛਾੜਿਓ, ਜਿਹੜਾ ਦੂਜਾ ਸੂਰਮਾ ਕਾਮ ਸੀ, ਇਹ ਪੰਜੇ ਬੜੇ ਬਲੀ ਨੇ। ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬੇਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਇਹ ਪੰਜੇ ਭਲਵਾਨ ਨੇ, ਬਹਾਦਰ ਨੇ, ਸੂਰਮੇ ਨੇ, ਮੋਹਕੁਮ ਫੌਜ ਅਠਲੀ ਰੇ। ਇਹਨਾਂ ਨੂੰ ਵਸ ਕਰਨਾ ਬਹੁਤ ਔਖਾ ਹੈ। ਪਰ ਗੁਰੂ ਰਾਮਦਾਸ ਮਹਾਰਾਜ ਦੇ ਬਾਰੇ ਸਲ ਭੱਟ ਜੀ ਕਹਿੰਦੇ ਨੇ, ਤੁਸੀਂ ਮੋਹ ਰੂਪੀ ਭਲਵਾਨ ਨੂੰ ਵੀ ਬੇਵਿਸ਼ੇਸ਼ ਕਰਕੇ ਆਪਣੇ ਵਸ ਕਰ ਲਿਆ ਤੇ ਕਾਮ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਕੇ ਮਾਰ ਦਿੱਤਾ। ਜਿਵੇਂ ਕ੍ਰਿਸ਼ਨ ਜੀ ਨੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਘੁਮਾ ਕੇ ਧੋਬੀ ਦੇ ਕੱਪੜੇ ਵਾਂਗੂ ਪਟਕਾ ਕੇ ਜ਼ਮੀਨ 'ਤੇ ਮਾਰ ਸੁੱਟਿਆ ਸੀ, ਇਸੇ ਤਰ੍ਹਾਂ ਤੁਸੀਂ ਕਾਮ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਦਿੱਤਾ। ਕਾਮ ਗਏ ਕੇਸ ਪਛਾੜਿਓ, ਜਿਹੜਾ ਕਾਮ ਦਾ ਨਿਵਾਸ ਹੈ ਉਹ ਸਾਡੇ ਹਿਰਦੇ ਵਿੱਚ ਹੀ ਹੈ, ਸਾਡੇ ਦਿਲ ਵਿੱਚ ਹੀ ਹੈ। ਕਾਮ ਤੇ ਰਾਮ ਦੋਨੋਂ ਹੀ ਸਾਡੇ ਅੰਦਰ ਹੀ ਨੇ। ਜਦੋਂ ਮਨ ਦੇ ਵਿੱਚ ਫੁਰਨਾ ਉੱਠਦਾ ਹੈ ਨਾ ਕਾਮ ਦਾ, ਉਹੀ ਇਹਦੇ ਕੇਸ ਨੇ। ਜਦੋਂ ਫੁਰਨਾ ਉੱਠਦਾ ਉਸੇ ਵੇਲੇ ਜਿਵੇਂ ਆਪਾਂ ਕਿਸੇ ਨੂੰ ਕੇਸਾਂ ਤੋਂ ਫੜ ਲਈਏ ਨਾ, ਫਿਰ ਉਹ ਆਦਮੀ ਬੇਬਸ ਹੋ ਜਾਂਦਾ, ਮਜਬੂਰ ਹੋ ਜਾਂਦਾ ਤੇ ਫਿਰ ਉਹ ਕੁਝ ਵੀ ਨਹੀਂ ਕਰਦਾ। ਇਸੇ ਤਰ੍ਹਾਂ ਮਹਾਰਾਜ ਤੁਸੀਂ ਕਾਮ ਨੂੰ ਸੰਕਲਪ ਰੂਪੀ ਕੇਸਾਂ ਤੋਂ ਪਕੜ ਕੇ ਪਛਾੜ ਦਿੱਤਾ। ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਉ ਝਾੜਿਓ। ਕ੍ਰੋਧ ਖੰਡ ਪ੍ਰਚੰਡ, ਜਿਹੜਾ ਕ੍ਰੋਧ ਸੀ ਬੜਾ ਪ੍ਰਚੰਡ ਸੀ, ਬੜਾ ਤੱਤੇ ਸੁਭਾਅ ਦਾ ਮਾਲਕ ਸੀ। ਤੁਸੀਂ ਉਹਦੇ ਵੀ ਟੁਕੜੇ ਟੁਕੜੇ ਕਰ ਦਿੱਤੇ। ਕ੍ਰੋਧ ਖੰਡ ਪ੍ਰਚੰਡ, ਕ੍ਰੋਧ ਜਿਹੜਾ ਆਪਣੇ ਆਪ ਨੂੰ ਬੜਾ ਪ੍ਰਚੰਡ, ਜਿਵੇਂ ਬਹੁਤ ਹੀ ਅੱਗ ਤੇਜ਼ ਬਲਦੀ ਹੋਵੇ, ਕਹਿੰਦੇ ਬੜੀ ਪ੍ਰਚੰਡ ਅਗਨੀ ਹੈ, ਪ੍ਰਜਵਲਤ ਅਗਨੀ ਵਾਂਗੂ ਕ੍ਰੋਧ ਦਾ ਸਰੂਪ ਸੀ। ਤੁਸੀਂ ਉਸ ਕ੍ਰੋਧ ਨੂੰ ਵੀ ਟੁਕੜੇ ਟੁਕੜੇ ਕਰ ਦਿੱਤਾ। ਅਥਵਾ ਕ੍ਰੋਧ ਖੰਡ ਪ੍ਰਚੰਡ, ਤੁਸੀਂ ਆਪਣੇ ਪ੍ਰਚੰਡ ਪ੍ਰਤਾਪ ਦੁਆਰਾ ਕ੍ਰੋਧ ਦੇ ਵੀ ਟੁਕੜੇ ਟੁਕੜੇ ਕਰ ਦਿੱਤੇ। ਲੋਭ ਅਪਮਾਨ ਸਿਉ ਝਾੜਿਓ, ਤੇ ਜਿਹੜਾ ਲੋਭ ਸੀ ਉਹਦਾ ਵੀ ਨਿਰਾਦਰ ਕਰਕੇ ਤੇ ਉਹਨੂੰ ਵੀ ਝਾੜ ਕੇ ਬਿਠਾ ਦਿੱਤਾ। ਭਾਵ ਇਹ ਜਿਹੜੇ ਵਿਕਾਰ ਸਨ, ਕਾਮ ਕ੍ਰੋਧ ਲੋਭ ਮੋਹ ਦਾ ਜ਼ਿਕਰ ਕੀਤਾ ਹੈ, ਹੰਕਾਰ ਵੀ ਨਾਲ ਹੀ ਗ੍ਰਹਿਣ ਕਰ ਲੈਣਾ। ਤੇ ਇਹਨਾਂ ਸਾਰੇ ਵਿਕਾਰਾਂ ਨੂੰ ਤੁਸੀਂ ਮਹਾਰਾਜ ਆਪਣੇ ਵਸ ਕੀਤਾ, ਤੇ ਵਸ ਕਰਨ ਤੋਂ ਬਾਅਦ ਇਹਨਾਂ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਦਿੱਤਾ, ਟੁਕੜੇ ਟੁਕੜੇ ਕਰ ਦਿੱਤੇ ਤੇ ਇਹਨਾਂ ਨੂੰ ਝਾੜ ਕੇ ਪਰੇ ਸੁੱਟ ਦਿੱਤਾ। ਇਸ ਤਰ੍ਹਾਂ ਦੀ ਆਪ ਸ਼ਕਤੀ ਦੇ ਮਾਲਕ ਹੋ। ਜਨਮ ਕਾਲ ਕਰ ਜੋੜ, ਹੁਕਮ ਜੋ ਹੋਏ ਸੋ ਮੰਨੈ। ਐ ਸੋਢੀ ਸੁਲਤਾਨ ਸਤਿਗੁਰੂ, ਜਨਮ ਕਾਲ ਕਰ ਜੋੜ, ਜਨਮ ਤੇ ਕਾਲ ਮੌਤ ਦੋਵੇਂ ਹੱਥ ਜੋੜ ਕੇ ਤੁਹਾਡੇ ਸਾਹਮਣੇ ਖੜੇ ਨੇ। ਹੁਕਮ ਜੋ ਹੋਏ ਸੋ ਮੰਨੈ, ਜੋ ਹੁਕਮ ਹੁੰਦਾ ਹੈ ਉਹਨੂੰ ਮੰਨਦੇ ਨੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਮੇਂ ਵੀ ਭੱਟਾਂ ਨੇ ਆਖਿਆ ਸੀ, ਗੋਬਿੰਦਵਾਲ ਗੋਬਿੰਦਪੁਰੀ ਸਮ ਜੱਲਣ ਤੀਰ ਵਿਪਾਸ ਬਣਾਇਓ। ਉਹਨਾਂ ਨੇ ਵੀ ਕਾਲ ਨੂੰ ਵਸ ਕੀਤਾ ਹੋਇਆ ਸੀ। 22 ਸਾਲ ਗੁਰੂ ਅਮਰਦਾਸ ਮਹਾਰਾਜ ਨੇ ਗੁਰਤਾ ਕੀਤੀ,
ਪਰ ਗੋਇੰਦਵਾਲ ਸਾਹਿਬ ਜੀ ਦੇ ਅੰਦਰ ਕਿਸੇ ਦੀ ਮੌਤ ਨਹੀਂ ਸੀ ਹੋਈ। 22 ਸਾਲ ਕੋਈ ਮਰਿਆ ਨਹੀਂ ਸੀ। ਕਿਉਂ? ਜਨਮ ਤੇ ਮੌਤ ਦੋਵੇਂ ਹੀ ਹੱਥ ਜੋੜ ਕੇ ਗੁਰੂ ਦੇ ਸਾਹਮਣੇ ਖੜੇ ਨੇ। ਜੋ ਹੁਕਮ ਹੁੰਦਾ ਉਹੀ ਮੰਨਦੇ ਨੇ। ਜੇ ਕਿਸੇ ਨੇ ਜਨਮ ਲੈਣਾ ਹੈ ਤੇ ਉਹਨੂੰ ਕਹਿ ਦਿੰਦੇ ਨੇ ਭਾਈ ਜਨਮ ਲੈ ਲੈ, ਉਹ ਜਨਮ ਲੈ ਲੈਂਦਾ। ਜੇ ਕਿਸੇ ਨੂੰ ਕਹਿ ਦਿੰਦੇ ਭਾਈ ਤੇਰਾ ਹੁਣ ਸਮਾਂ ਹੋ ਗਿਆ, ਤੈਨੂੰ ਜਾਣਾ ਪਵੇਗਾ, ਤੇ ਉਹਨੂੰ ਜਾਣਾ ਪੈਂਦਾ। ਇਹ ਜਨਮ ਤੇ ਮੌਤ ਦੋਵੇਂ ਹੱਥ ਜੋੜ ਕੇ ਖੜੇ ਨੇ। ਜੋ ਹੁਕਮ ਹੁੰਦਾ ਉਹਨੂੰ ਸੱਤ ਕਰਕੇ ਮੰਨਦੇ ਹਨ। ਭਵ ਸਾਗਰ ਬੰਧਿਓ ਸਿੱਖ ਤਾਰੇ ਸੋ ਪ੍ਰਸੰਨੈ। ਭਵ ਸਾਗਰ ਬੰਧਿਓ, ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਭਵ ਸਾਗਰ ਤੇ ਬੰਧਿਓ, ਬੰਨ੍ਹ ਦਿੱਤਾ। ਕੀ ਬੰਨ੍ਹ ਦਿੱਤਾ? ਪੁਲ ਬੰਨ੍ਹ ਦਿੱਤਾ। ਨਾਮ ਕੀਰਤਨ ਭਗਤੀ ਦਾ ਤੁਸੀਂ ਪੁਲ ਬੰਨ੍ਹ ਦਿੱਤਾ। ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਜਿਹੜਾ ਵੀ ਗੁਰਸਿੱਖ ਮਾਈ ਭਾਈ ਉੱਥੇ ਜਾਂਦਾ ਹੈ, ਉਹਦੇ ਮੂੰਹੋਂ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਮਹਾਰਾਜ ਇਹੀ ਸ਼ਬਦ ਨਿਕਲਦੇ ਨੇ। ਤੁਸਾਂ ਇਹ ਨਾਮ ਕੀਰਤਨ ਭਗਤੀ ਦਾ ਪੁਲ ਬੰਨ੍ਹ ਦਿੱਤਾ ਹੈ। ਸਿੱਖ ਤਾਰੇ ਸੋ ਪ੍ਰਸੰਨੈ, ਸੋ ਚੰਗੀ ਤਰ੍ਹਾਂ ਪ੍ਰਸੰਨ ਹੋ ਕੇ ਜਿੰਨੇ ਗੁਰਸਿੱਖ ਸਨ ਉਹਨਾਂ ਸਾਰਿਆਂ ਨੂੰ ਹੀ ਭਵ ਸਾਗਰ ਤੋਂ ਪਾਰ ਕਰ ਦਿੱਤਾ। ਨਾਮ ਬਾਣੀ ਦੇ ਪੁਲ ਤੇ ਚੜਾ ਕੇ ਵੀ ਚਲੋ ਲੰਘ ਜਾਓ ਹੁਣ। ਇਸ ਤਰ੍ਹਾਂ ਤੁਸੀਂ ਇਹ ਨਾਮ ਬਾਣੀ ਦਾ ਕੀਰਤਨ ਭਗਤੀ ਦਾ ਪੁਲ ਬੰਨ੍ਹ ਦਿੱਤਾ ਹੈ ਤੇ ਚੰਗੀ ਤਰ੍ਹਾਂ ਪ੍ਰਸੰਨ ਹੋ ਕੇ ਸਾਰੇ ਸਿੱਖਾਂ ਨੂੰ ਤਾਰ ਦਿੱਤਾ। ਸਿਰ ਆਤ ਪਤ ਸੱਚੋ ਤਖਤ ਜੋਗ ਭੋਗ ਸੰਜੁਤ ਬਲ। ਸੰਜੁਤ ਬਲ, ਸਿਰ ਆਤ ਪਤ ਸੱਚੋ ਤਖਤ। ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੇ ਸਿਰ ਉਤੇ ਆਤ ਪਤ ਦਾ ਅਰਥ ਹੈ ਛਤਰ ਝੂਲ ਰਿਹਾ ਹੈ। ਆਤ ਪਤ ਛਤਰ ਦਾ ਨਾਮ ਹੈ। ਸੱਚੋ ਤਖਤ, ਸੱਚੇ ਤਖਤ ਤੇ ਤੁਸੀਂ ਬਿਰਾਜਮਾਨ ਹੋ। ਜੋਗ ਭੋਗ ਸੰਜੁਤ ਬਲ, ਜੋਗ ਤੇ ਭੋਗ ਦੇ ਸੰਜੋਗਤ ਤੁਸੀਂ ਉਸ ਤਖਤ ਤੇ ਬਿਰਾਜਮਾਨ ਹੋ। ਜੋਗ ਭੋਗ ਦਾ ਅਰਥ ਵੀ ਰਾਜ ਜੋਗੀ ਹੈ। ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਰਾਜ ਜੋਗ ਬਖਸ਼ਿਆ ਸੀ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ। ਇਹ ਰਾਜ ਜੋਗ ਹੈ। ਘਰ ਵਿੱਚ ਰਹਿ ਕੇ ਬੰਦਗੀ ਕਰਨੀ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜੈਸੇ ਜਲ ਮੈਂ ਕਵਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰਿਆ ਨਾਨਕ ਨਾਮ ਵਖਾਣੇ। ਤੁਸੀਂ ਜੋਗ ਭੋਗ ਦੇ ਸੰਜੋਗਤ ਗੁਰਤਾ ਦੇ ਤਖਤ ਤੇ ਸੱਚੇ ਤਖਤ ਤੇ ਬੈਠੇ ਹੋ ਤੇ ਬਲ ਬੜੇ ਬਲੀ ਵੀ ਹੋ। ਸੂਰ ਬੀਰ ਬਚਨ ਕੇ ਬਲੀ, ਬੇਅੰਤ ਸ਼ਕਤੀਆਂ ਦੇ ਮਾਲਕ ਹੋ। ਗੁਰ ਰਾਮਦਾਸ ਸੱਚ ਸਲ ਭਣ ਤੂੰ ਅਟਲ ਰਾਜ ਅਭਗ ਦਲ। ਸਲ ਭਣ, ਸਲ ਭੱਟ ਜੀ ਕਹਿ ਰਹੇ ਨੇ, ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਰਾਮਦਾਸ ਸੱਚ ਸਲ ਭਣ ਤੂੰ ਅਟਲ ਰਾਜ ਅਭਗ ਦਲ। ਤੁਸੀਂ ਅਟਲ ਰਾਜ ਦੇ ਮਾਲਕ ਹੋ। ਤੁਹਾਡਾ ਰਾਜ ਕਦੀ ਟਲਦਾ ਨਹੀਂ ਹੈ, ਕਦੀ ਰਾਜ ਖੁੱਸਦਾ ਨਹੀਂ ਹੈ, ਕਦੀ ਰਾਜ ਜਾਂਦਾ ਨਹੀਂ ਹੈ। ਤੁਸੀਂ ਅਟਲ ਰਾਜ ਦੇ ਮਾਲਕ ਹੋ ਤੇ ਅਭਗ ਦਲ, ਜਿਹੜਾ ਤੁਹਾਡੇ ਕੋਲੇ ਦਲ ਦਾ ਅਰਥ ਹੈ ਫੌਜਾਂ ਨੇ। ਲਾਓ ਲਸ਼ਕਰ ਹੈ ਅਭਗ, ਉਹ ਵੀ ਭੱਜਣ ਵਾਲਾ ਨਹੀਂ। ਬੜੇ ਸੂਰਬੀਰ ਤੇ ਸਾਹਸੀ ਨੇ। ਇਹਦਾ ਮਤਲਬ ਇਹ ਹੈ ਜਿਹੜੇ ਤੁਹਾਡੇ ਅੰਦਰ ਦੈਵੀ ਗੁਣ ਨੇ, ਦੈਵੀ ਸੰਪਦਾ, ਸਤ ਸੰਤੋਖ ਆਦਿਕ ਜਿਹੜੇ ਸੂਰਮੇ ਨੇ, ਇਹ ਵੀ ਕਦੀ ਮੈਦਾਨ ਛੱਡ ਕੇ ਭੱਜਣ ਵਾਲੇ ਨਹੀਂ। ਤੁਹਾਡਾ ਰਾਜ ਵੀ ਅਟਲ ਹੈ ਤੇ ਤੁਹਾਡੀਆਂ ਫੌਜਾਂ ਵੀ
ਅਟਲ ਨੇ, ਕਦੀ ਭੱਜਣ ਵਾਲੀਆਂ ਨਹੀਂ ਮੋਰਚਾ ਛੱਡ ਕੇ। ਤੂੰ ਸਤਿਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ। ਲੋ ਹੁਣ ਭੱਟ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਉਚਾਰਨ ਕਰਦੇ ਨੇ। ਇਹ ਵੀ ਸੱਲ ਭੱਟ ਜੀ ਦਾ ਹੀ ਸਵਈਆ ਹੈ। ਤੂੰ ਸਤਿਗੁਰ ਚਾਹੁ ਜੁਗੀ। ਐ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਚਾਰੇ ਯੁੱਗਾਂ ਦੇ ਹੀ ਸਤਿਗੁਰੂ ਹੋ। ਆਪ ਆਪੇ ਪਰਮੇਸ਼ਰ, ਤੇ ਤੁਸੀਂ ਆਪਣੇ ਆਪ ਪਰਮੇਸ਼ਰ ਵੀ ਹੋ। ਪਰਮੇਸ਼ਰ ਚਾਰੇ ਯੁੱਗਾਂ ਦਾ ਮਾਲਕ ਹੈ ਤੇ ਤੁਸੀਂ ਪਰਮੇਸ਼ਰ ਦਾ ਰੂਪ ਹੋ। ਹੇ ਸਤਿਗੁਰੂ, ਤੁਸੀਂ ਵੀ ਚਾਰੇ ਯੁੱਗਾਂ ਦੇ ਮਾਲਕ ਹੋ। ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਧੁਰਹਿ ਧੁਰ। ਸੁਰ ਨਰ ਸਾਧਕ ਸਿੱਧ, ਸੁਰ ਦੇਵਤੇ ਨਰ ਮਨੁੱਖ ਸਾਧਕ ਸਾਧਨ ਕਰਨ ਵਾਲੇ ਤੇ ਸਿੱਧ, ਜਿਹੜੇ ਰਿੱਧੀਆਂ ਸਿੱਧੀਆਂ ਦੇ ਮਾਲਕ ਨੇ। ਸਿੱਖ ਸੇਵੰਤ ਧੁਰਹਿ ਧੁਰ, ਤੇ ਜਿਹੜੇ ਆਪ ਜੀ ਦੇ ਸਿੱਖ ਨੇ। ਧੁਰਹਿ ਧੁਰ, ਧੁਰ ਦਰਗਾਹ ਤੋਂ। ਇਹ ਧੁਰ ਆਸਰਾ ਰੂਪ ਸਤਿਗੁਰੂ ਜੀ ਸਾਰੇ ਤੁਹਾਡੀ ਸੇਵਾ ਕਰਦੇ ਨੇ। ਕੀ ਦੇਵਤੇ, ਕੀ ਮਨੁੱਖ, ਕੀ ਸਾਧਕ, ਕੀ ਸਿੱਧ, ਕੀ ਗੁਰੂ ਦੇ ਸਿੱਖ। ਇਹ ਧੁਰਹਿ ਧੁਰ ਤੋਂ ਭਾਵ ਹੈ ਆਦਿ ਜੁਗਾਤ ਤੋਂ, ਬੜੇ ਲੰਬੇ ਸਮੇਂ ਤੋਂ ਸਾਰੇ ਆਪ ਜੀ ਦੀ ਸੇਵਾ ਕਰਦੇ ਆ ਰਹੇ ਹਨ। ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਹੁ ਲੋ ਹੈ। ਆਦਿ ਜੁਗਾਦ ਅਨਾਦ। ਹੇ ਵਾਹਿਗੁਰੂ ਜੀ, ਤੁਸੀਂ ਅਨਾਦ ਅਨਾਦੀ, ਜਿਸ ਦਾ ਕੋਈ ਆਦ ਨਹੀਂ ਹੈ, ਜਿਸ ਦਾ ਕਦੀ ਜਨਮ ਨਹੀਂ ਹੋਇਆ, ਜਿਹੜਾ ਕਦੀ ਪੈਦਾ ਨਹੀਂ ਹੋਇਆ, ਉਹਨੂੰ ਅਨਾਦ ਕਹਿੰਦੇ ਨੇ। ਉਹ ਕੌਣ ਹੈ? ਵਾਹਿਗੁਰੂ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਆਦ ਜੁਗਾਦ ਅਨਾਦ, ਤੁਸੀਂ ਅਨਾਦ ਵਾਹਿਗੁਰੂ ਦਾ ਸਰੂਪ ਹੋ। ਆਦ ਜੁਗਾਦ ਤੋਂ ਭਾਵ ਹੈ ਜਦ ਤੋਂ ਸੰਸਾਰ ਬਣਿਆ ਤੇ ਜਦ ਤੱਕ ਰਹੇਗਾ। ਕਲਾ ਤਾਰੀ ਤ੍ਰਿਹੁ ਲੋਇਆ ਹੈ। ਉਸ ਵਾਹਿਗੁਰੂ ਨੇ ਤਿੰਨੇ ਲੋਕਾਂ ਵਿੱਚ ਆਪਣੀ ਕਲਾ ਸ਼ਕਤੀ ਨੂੰ, ਕੁਦਰਤ ਨੂੰ ਧਾਰਨ ਕਰਕੇ ਰੱਖਿਆ ਹੋਇਆ। ਇਹਦਾ ਮਤਲਬ ਇਹ ਹੈ, ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੋ, ਜਿਸ ਅਕਾਲ ਪੁਰਖ ਨੇ ਆਦਿ ਜੁਗਾਦ ਤੋਂ ਭਾਵ ਸਦਾ ਸਦਾ ਹਮੇਸ਼ਾ ਲਈ ਤਿੰਨੇ ਲੋਕਾਂ ਵਿੱਚ ਆਪਣੀ ਕਲਾ ਸ਼ਕਤੀ ਨੂੰ ਧਾਰਨ ਕੀਤਾ ਹੋਇਆ ਹੈ। ਆਗਮ ਨਿਗਮ ਉਦਰਣ ਜਰਾ ਜੰਮਹਿ ਆ ਰੋਹਿ। ਹੇ ਸਤਿਗੁਰੂ, ਆਗਮ ਨਿਗਮ ਉਦਰਣ। ਆਗਮ ਜਿਹੜੇ ਸ਼ਾਸਤਰ ਨੇ ਤੇ ਨਿਗਮ ਦਾ ਅਰਥ ਹੈ ਵੇਦ ਨੇ। ਆਗਮ ਤੋਂ ਭਾਵ ਖਟ ਸ਼ਾਸਤਰ, ਜਿੰਨੇ ਧਰਮ ਗ੍ਰੰਥ ਨੇ ਉਹਨਾਂ ਲਈ ਆਗਮ ਸ਼ਬਦ ਵਰਤਿਆ ਜਾਂਦਾ ਤੇ ਨਿਗਮ ਵੇਦਾਂ ਦਾ ਸੂਚਕ ਹੈ। ਜਿੰਨੇ ਧਰਮ ਗ੍ਰੰਥ ਨੇ ਤੇ ਨਿਗਮ ਵੇਦ ਨੇ, ਉਦਰਣ, ਤੁਸੀਂ ਉਹਨਾਂ ਨੂੰ ਉਦਾਹਰਨ ਵਾਲੇ ਹੋ, ਉਹਨਾਂ ਨੂੰ ਬਚਾਉਣ ਵਾਲੇ ਹੋ। ਇੱਕ ਸੰਖਾਸਰ ਦੈਂਸ ਦੀ, ਉਹ ਬ੍ਰਹਮਾ ਦੇ ਪਾਸੋਂ ਵੇਦ ਖੋਹ ਕੇ ਲੈ ਗਿਆ ਸੀ। ਦੁਨੀਆ ਦੇ ਵਿੱਚ ਹਨੇਰ ਛਾ ਗਿਆ। ਕੋਈ ਲੋਕਾਂ ਨੂੰ ਰੱਬ ਦਾ ਗਿਆਨ ਧਿਆਨ ਦੱਸਣ ਦਾ ਕੋਈ ਸਾਧਨ ਹੀ ਨਹੀਂ ਰਹਿ ਗਿਆ ਸੀ। ਤੇ ਫਿਰ ਦੇਵਤਿਆਂ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਫਿਰ ਵਾਹਿਗੁਰੂ ਨੇ ਵਿਸ਼ਨੂੰ ਨੂੰ ਆਖਿਆ ਬਈ ਤੂੰ ਬਰਾਹ ਰੂਪ ਧਾਰਨ ਕਰ। ਬਰਾਹ ਦਾ ਅਰਥ ਹੁੰਦਾ ਸੂਰ। ਫਿਰ ਉਹ ਬਰਾਹ ਦਾ ਰੂਪ ਧਾਰਨ ਕਰਕੇ ਸੰਖਾਸਰ ਨੂੰ ਮਾਰ ਕੇ ਵੇਦਾਂ ਨੂੰ ਖੋਹ ਕੇ ਲਿਆਂਦਾ ਗਿਆ ਸੀ। ਇਹ ਇੱਕ ਪੌਰਾਣਿਕ ਪ੍ਰਸੰਗ ਹੈ। ਉਹਦੇ ਵੱਲੀ ਕਿਉਂਕਿ ਵੈਦਿਕ ਰਿਸ਼ੀ ਨੇ ਭੱਟ ਵੀ ਕਹਿੰਦੇ, ਸੱਚੇ ਪਾਤਸ਼ਾਹ ਤੁਸੀਂ ਸ਼ਾਸਤਰਾਂ ਤੇ ਵੇਦਾਂ ਨੂੰ ਬਚਾਉਣ ਵਾਲੇ ਹੋ। ਜਰਾ ਜੰਮਹਿ ਆ ਰੋਹਿ ਹੈ। ਜਰਾ ਦਾ ਅਰਥ ਹੈ ਬੁਢੇਪਾ ਤੇ ਜੰਮਹਿ ਦਾ ਅਰਥ ਹੈ ਜਨਮ, ਤੇ ਜਨਮ ਦੇ ਨਾਲ ਹੀ ਮੌਤ ਵੀ ਆ ਜਾਂਦੀ ਹੈ। ਜਰਾ ਤੋਂ ਮਤਲਬ ਹੈ ਜਿਹੜਾ ਬੁਢੇਪਾ ਹੈ, ਤੇ ਜਨਮ ਤੇ ਮੌਤ ਆ ਰੋਹਿ, ਤੁਸੀਂ ਇਹਦੇ ਉੱਤੇ ਅਸਵਾਰ ਹੋ ਗਏ ਹੋ। ਹੁਣ ਬੁਢੇਪਾ ਵੀ ਤੁਹਾਡਾ ਕੁਛ ਵਿਗਾੜ ਨਹੀਂ ਸਕਦਾ, ਤੇ ਜਨਮ ਤੇ ਮਰਨ ਵੀ ਕੋਈ ਤੁਹਾਡਾ ਨੁਕਸਾਨ ਨਹੀਂ ਕਰ ਸਕਦੇ। ਤੁਸੀਂ ਬੁਢੇਪੇ ਉੱਤੇ
ਤੇ ਜਨਮ ਮਰਨ ਦੇ ਉੱਤੇ ਕਾਬੂ ਪਾ ਲਿਆ ਹੈ। ਗੁਰ ਅਮਰਦਾਸ ਥਿਰ ਥਪਿਓ ਪਰਗਾਮੀ ਤਾਰਨ ਤਰਣ। ਹੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਥਿਰ ਥਪਿਓ, ਥਿਰ ਤੋਂ ਭਾਵ ਜਿਹੜਾ ਉਹਨਾਂ ਦਾ ਨਾ ਡੋਲਣ ਵਾਲਾ ਤਖਤ ਸੀ, ਉਹਦੇ ਉੱਤੇ ਤੁਹਾਨੂੰ ਥਪਿਓ ਦਾ ਅਰਥ ਹੈ ਸਥਾਪਨ ਕਰ ਦਿੱਤਾ, ਬੈਠਾ ਦਿੱਤਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਰਿਆ ਪਦ ਦੇ ਸਿੰਘਾਸਨ 'ਤੇ ਆਪ ਜੀ ਨੂੰ ਬੈਠਾ ਦਿੱਤਾ, ਅਥਵਾ ਥਿਰ ਥਪਿਓ ਜੋ ਗੁਰਤਾ ਦਾ ਸੱਚਾ ਤਖਤ ਹੈ ਉਹਦੇ ਉੱਤੇ ਆਪ ਜੀ ਨੂੰ ਬਿਰਾਜਮਾਨ ਕੀਤਾ ਹੈ। ਪ੍ਰਗਾਮੀ ਤਾਰਨ ਤਾਰਨ, ਫਿਰ ਤੁਸੀਂ ਪ੍ਰਗਾਮੀ ਸੰਸਾਰ ਤੋਂ ਮੁਕਤ ਹੋ। ਪ੍ਰਗਾਮੀ ਦਾ ਅਰਥ ਹੁੰਦਾ ਮੁਕਤ ਹੋਣਾ। ਤੁਸੀਂ ਇਹ ਪਾਰਗ੍ਰਾਮੀ ਸ਼ਬਦ ਤੋਂ ਪ੍ਰਗਾਮੀ ਸ਼ਬਦ ਬਣੇ। ਤੁਸੀਂ ਪਾਰਗ੍ਰਾਮੀ ਦੁਨੀਆ ਤੋਂ ਮੁਕਤ ਹੋ ਤੇ ਤਾਰਨ ਤਾਰਨ ਭਵ ਸਾਗਰ ਤੋਂ ਤਾਰਨ ਵਾਸਤੇ ਤਰਨ ਜਹਾਜ਼ ਹੋ, ਅਥਵਾ ਪ੍ਰਗਾਮੀ ਤਾਰਨ ਤਾਰਨ। ਪ੍ਰਗਾਮੀ ਦਾ ਅਰਥ ਹੈ ਆਹ ਸੰਸਾਰ, ਇਹ ਵੀ ਇੱਕ ਪਿੰਡ ਹੈ। ਗਾਮ ਗ੍ਰਾਮ ਸ਼ਬਦ ਹਿੰਦੀ ਵਿੱਚ ਪਿੰਡ ਨੂੰ ਕਹਿੰਦੇ ਨੇ। ਪ੍ਰਗਾਮੀ ਤੋਂ ਭਾਵ ਹੈ ਜਿਹੜਾ ਕੋਈ ਪਰੇ ਦੂਰ ਦਾ ਕੋਈ ਪਿੰਡ ਹੋਵੇ। ਇਹਦਾ ਮਤਲਬ ਇਹ ਨਿਕਲੇਗਾ ਪ੍ਰਗਾਮੀ ਤਾਰਨ ਤਾਰਨ, ਜਿਹੜਾ ਪਰਲੋਕ ਹੈ, ਅਗਲਾ ਪਿੰਡ ਹੈ, ਬੇਗਮਪੁਰਾ ਹੈ, ਤੁਸੀਂ ਉੱਥੇ ਪਹੁੰਚ ਰੱਖਣ ਵਾਲੇ ਹੋ। ਤਾਰਨ ਤਾਰਨ ਤੇ ਦੁਨੀਆ ਤੋਂ ਤਾਰਨ ਵਾਸਤੇ ਤੁਸੀਂ ਜਹਾਜ਼ ਹੋ ਤੇ ਬੇਗਮਪੁਰੇ ਦੇ ਵਸਨੀਕ ਹੋ। ਅਗ ਅੰਤਕ ਬਦੈ ਨਾ ਸਲ ਕਵ ਗੁਰ ਰਾਮਦਾਸ ਤੇਰੀ ਸਰਣ। ਲੋ ਸਲ ਭੱਟ ਕਹਿ ਰਿਹਾ ਹੈ, ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਤੇਰੀ ਸ਼ਰਨ ਵਿੱਚ ਆ ਗਿਆ, ਅਗ ਅੰਤਕ ਬਦੈ ਨਾ ਸਲ ਕਵ, ਉਹ ਅਗ ਪਾਪਾਂ ਨੂੰ, ਤੇ ਅੰਤਕ ਦਾ ਅਰਥ ਹੈ ਜਿਹੜਾ ਧਰਮਰਾਜ ਹੈ ਜਾਂ ਧਰਮਰਾਜ ਦੇ ਜਮਦੂਤ ਨੇ। ਬਦੈ ਨਾ, ਉਹਨਾਂ ਨੂੰ ਕੁਛ ਵੀ ਬਿੱਧਦਾ ਨਹੀਂ ਹੈ, ਉਹਨਾਂ ਨੂੰ ਕੁਛ ਵੀ ਨਹੀਂ ਸਮਝਦਾ। ਇਹ ਇੱਕ ਪੰਜਾਬੀ ਦਾ ਹੀ ਸ਼ਬਦ ਹੈ ਵੀ ਜਦੋਂ ਆਪਾਂ ਕਹਿੰਦੇ ਹਾਂ ਵੀ ਮੈਂ ਉਹਨੂੰ ਕੁਛ ਨਹੀਂ ਬਿੱਧਦਾ, ਮੈਂ ਉਹਨੂੰ ਕੁਛ ਨਹੀਂ ਸਮਝਦਾ। ਅਗ ਅੰਤਕ ਬਦੈ ਨਾ ਸਲ ਕਵ। ਸਲ ਕਵੀ ਜੀ ਕਹਿ ਰਹੇ ਨੇ ਵੀ ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਤੇਰੀ ਸ਼ਰਨ ਲੈ ਲਈ, ਉਹ ਨਾ ਪਾਪਾਂ ਨੂੰ ਕੁਛ ਬਿੱਧਦਾ ਤੇ ਨਾ ਹੀ ਜਮਦੂਤਾਂ ਨੂੰ ਕੁਛ ਸਮਝਦਾ। ਉਹ ਇੰਨਾ ਨਿਰਭਉ ਤੇ ਨਿਡਰ ਬੇਬਾਕ ਹੋ ਜਾਂਦਾ ਹੈ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਨਾ ਪਾਪਾਂ ਤੋਂ ਡਰਦਾ ਨਾ ਜਮਦੂਤਾਂ ਤੋਂ ਡਰਦਾ। ਕਿਉਂ? ਉਹਨੂੰ ਤੁਹਾਡੇ ਤੇ ਭਰੋਸਾ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਤੁਸੀਂ ਸ਼ਰਨ ਪਿਆਂ ਦੀ ਲਾਜ ਰੱਖਦੇ ਹੋ, ਇਹੀ ਭਰੋਸਾ ਉਹਦੇ ਮਨ ਦੇ ਵਿੱਚ ਪੈਦਾ ਹੋ ਜਾਂਦਾ ਹੈ। ਇਸੇ ਲਈ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰਕੈ। ਜਾਂ ਕੋ ਪਾਕ ਸੁਆਮੀ, ਐਸੀ ਅਵਸਥਾ ਦੇ ਉਹ ਮਾਲਕ ਬਣ ਜਾਂਦੇ ਨੇ। ਇਹ 60 ਸਵਈਏ ਭੱਟਾਂ ਨੇ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਦੇ ਉਚਾਰਨ ਕੀਤੇ ਹਨ। ਅੱਗੇ 5ਵੇਂ ਪਾਤਸ਼ਾਹ ਦੇ ਸਵਈਏ ਆਰੰਭ ਹੋਣਗੇ ਅਤੇ ਆਪ ਸੰਗਤਾਂ ਨੇ ਚੌਥੇ ਪਾਤਸ਼ਾਹ ਦੇ ਸਵਈਏ ਸਰਵਣ ਕੀਤੇ ਨੇ। ਗੁਰੂ ਦੀ ਮਹਿਮਾ ਇਹਨਾਂ ਵਿੱਚ ਉਚਾਰਨ ਕੀਤੀ ਗਈ ਹੈ ਅਤੇ ਆਪਾਂ ਵੀ ਉਸ ਗੁਰੂ ਦੀ ਮਹਿਮਾ ਦੇ ਭਾਵ ਨੂੰ ਆਪਣੇ ਜੀਵਨ ਵਿੱਚ ਉਤਾਰਨਾ, ਆਪਣੇ ਹਿਰਦੇ ਵਿੱਚ ਟਿਕਾਉਣਾ। ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਗੁਰ ਅਮਰਦਾਸ ਥਿਰ ਥਪਿਓ ਪਰਗਾਮੀ ਤਾਰਨ ਤਰਣ। ਅਗ ਅੰਤਕ ਬਦੈ ਨਾ ਸਲ ਕਵ ਗੁਰ ਰਾਮਦਾਸ ਤੇਰੀ ਸਰਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।